अव्वल हमद सना इलाही जो मालिक हर हर दा, उसका नाम चतारन वाला किसे मैदान ना हरदा। प्रोग्राम सोनी धरती दे नाल मैं तुहाडा मेज़बान इकबाल हैदर। अज दे इस प्रोग्राम दे विच जी असीं गल करांगे सियासत दे उत्ते, क्योंकि मुल्क के बेशतर मसाइल जिहड़े ने वो सियासतदान ही हल कर सकता है, क्योंकि उनके कोल इख्तियारात होंदे ने। इसलिए असीं अज दे स्टूडियो दे विच वोटर बुलाए ने जिहड़े साडे इस साइड ते बैठे ने। साडे मेहमान ने मलक एहतशाम अली फुलरवान जिहड़े कि सियासत दे विच दिलचस्पी रखते हैं, मारूफ शख्सियत ने, और उन्हां दे नाल उन्हां दी सैकटरी बैठियां ने। प्रोग्राम का आगाज़ असीं करने आ। मलक साहब जी आयां नूं, सत बिस्मिल्ला। वोटर वीरो तुहानूं भी सत बिस्मिल्ला, जी आयां नूं। तुहाडी सैकटरी नूं भी असीं जी खुश आमदेद कहने आ। मलक साहब मैं अगर तुहानूं ये पूछां कि दुनिया दे विच होर भी बेशुमार फील्ड्स ने, इंसान चाहता है कि मैं उहदे च कम करां, मुल्क कौम दी उहदे च खिदमत करां, तुसीं सियासत दा मैदान ही क्यों चुनिया कि तुसीं सियासतदान बनना चाहते हो? क्यों सियासत दे विच आए और क्यों सियासतदान ही बनना चाहते हो? शुक्रिया जी मैनू इस प्रोग्राम बुलाने का। मैं शुरू तो ही जी मेरा दिल सी कि मैं अपने शहरियां दी जिहड़ी है ना जी वो खिदमत करा। मैं उन्हां दी बुनियादी सहूलियत, क्योंकि मैं अपने इर्द गिर्द दे लोगों नूं वेखना, अपने चक दे लोगों नूं वेखना, साडे कोल बुनियादी सहूलियत दा फुगतान है। साडे जिहड़े नुमाइंदगे ने, क्योंकि इत्थे साडे लोकल जिहड़ा गवर्नमेंट दा निज़ाम है वो है ही नहीं सही, उन्हां नूं इंपावर ही नहीं किया जाता। तो इस गल्लों मैं आज सोचा कि अगर मैं आप सियासत आवांगा तो मैं इन्हां लोगों की जिहड़ी इन्हां खिदमत कर सकांगा, मैं इन्हां नूं बुनियादी सहूलियत इन्हां दी दहलीज ते दे सकांगा, इन्हां नूं तालीम, सेहत, साफ पानी, खुराक मैं इन्हां नूं इन्हां दी दहलीज ते देवांगा जिहड़ी हर पाकिस्तान दे शहरी दा हक है। मलक दे नारे, मलक दे नारे, मलक साडा आवे ही आवे, मलक साडा, मलक साडा, मलक दे नारे, मलक जिंदाबाद, मलक जिंदाबाद, मलक जिंदाबाद। वाह जी वाह। ਇਹ ਨੇ ਜੀ ਵੋਟਰ ਜਿਹੜੇ ਕਿ ਆਪਣੇ ਸਿਆਸਤਦਾਨ ਦੇ ਨਾਲ ਪਹਿਲੇ ਹੀ ਇੰਨੇ ਜੁੜੇ ਨੇ। ਉਹਨਾਂ ਨੇ ਕਿਹਾ ਜੀ ਕਿ ਅਸੀਂ ਜਿਹੜੀਆਂ ਬੁਨਿਆਦੀ ਸਹੂਲਤਾਂ ਨੇ ਮੈਂ ਚਾਹੁੰਦਾ ਵਾਂ ਕਿ ਆਵਾਮ ਤੱਕ ਪਹੁੰਚਾਈਆਂ ਜਾਣ। ਤੁਸੀਂ ਵੋਟਰ ਹੋ, ਮੈਂ ਤੁਹਾਨੂੰ ਅਗਰ ਇਹ ਸਵਾਲ ਕਰਾਂ ਕਿ ਬੁਨਿਆਦੀ ਮਸਾਇਲ ਸਾਡੇ ਵਸੇਬ ਦੇ, ਸਾਡੇ ਮੁਆਸ਼ਰੇ ਦੇ ਕਿਹੜੇ ਨੇ ਜਿਹੜੇ ਹੱਲ ਹੋਣੇ ਚਾਹੀਦੇ ਨੇ? ਦੱਸੋ ਜੀ ਤੁਹਾਡੀ ਗਲੀ ਦਾ ਕੀ ਮਸਲਾ? ਸਾਡੀ ਗਲੀ ਦੀ ਗੱਲ ਕੀਤੀ ਜਾਵੇ ਤੇ ਜੀ ਉੱਥੇ ਤੇ ਸਾਰਾ ਗਟਰ ਬੰਦ ਨੇ। 50 ਵਾਰੀ ਇਹਨਾਂ ਦੇ ਘਰ ਜਾ ਕੇ ਅਸੀਂ ਕਿਹਾ ਵਾ, ਬਾਹਰ ਜਾ ਕੇ ਬੈਠੇ ਰਹੇ ਆ। ਨਹੀਂ 50 ਵਾਰੀ ਉਹ ਖੋਲ ਕੇ ਵੀ ਗਏ ਆ, ਤੁਸੀਂ ਖਾਂਦੇ ਕੀ ਹੋ ਵੀ ਤੇ ਦੱਸੋ। ਨਹੀਂ ਜੀ ਅਸੀਂ ਖਾਂਦੇ ਕੁਝ ਵੀ ਨਹੀਂ ਆ, ਜਿਹੜੀ ਰੂਟੀਨ ਦੀਆਂ ਚੀਜ਼ਾਂ ਅਸੀਂ ਤੇ ਉਹੀ ਖਾਂਦੇ ਆ। ਮਲਕ ਸਾਹਿਬ ਨੂੰ ਅਸੀਂ 50 ਵਾਰੀ ਜਾ ਕੇ ਕਿਹਾ ਕਿ ਜਨਾਬ ਕੰਮ ਕਰ ਦਿਓ, ਸਾਡੇ ਗਟਰ ਖਿਲਾ ਦਿਓ, ਸਾਡੀਆਂ ਸੜਕਾਂ ਬਣਾ ਦਿਓ। ਮਲਕ ਦੇ ਨਾਰੇ, ਮਲਕ ਦੇ ਨਾਰੇ, ਮਲਕ ਦੇ ਨਾਰੇ। ਇੱਕ ਗੱਲ, ਦੂਸਰੀ ਗੱਲ ਜਨਾਬ ਮੈਂ ਪਤਾ ਕਲਾ पहले एक गल का मेरे को जवाब ले लो, जिन्नी बारी तुसीं आए हो तुहानूं डांग दे के भेजिया कि नहीं? ਸਰ ਡਾਂਗ ਦੇ ਕੇ ताकि तुसीं अपना गटर खोलो, ਕੁਝ ਨਹੀਂ, ਕੰਮ ਹੀ ਕੋਈ ਨਹੀਂ ਹੋਇਆ। अपनी मदद आप दे तहत ਆਪਾਂ ਮਿਸਾਲ ਦਿੰਨੇ ਆ UK, ਆਇਰਲੈਂਡ, ਯੂਰਪ ਦੀ, ਉੱਥੇ ਹਰ ਕੰਮ ਲੋਕ ਆਪ ਕਰਦੇ ਨੇ। ਨਹੀਂ, ਲੋਕ ਬੜਾ ਖਿਆਲ ਕਰਦੇ ਨੇ। ਅੱਛਾ, ਕੁਝ ਮਸਲਾ ਇਹ ਵੀ ਹੈ ਕਿ ਜਿਹੜੇ ਸਾਡਾ ਸੀਵਰੇਜ ਦਾ ਨਿਜ਼ਾਮ ਹੈ ਨਾ ਜੀ, ਉਹ ਇੱਕ ਅਰਸਾ ਦਰਾਜ਼ ਤੋਂ ਛੋਟੇ ਪਾਈਪ ਸਨ, ਆਬਾਦੀਆਂ ਘੱਟ ਸਨ। ਉਸ ਵੇਲੇ ਦੇ ਮੁਤਾਬਕ ਛੋਟੇ ਪਾਈਪ ਜਿਹੜੇ ਸੀਵਰੇਜ ਦੇ ਪਾਏ ਗਏ। ਹੁਣ ਆਬਾਦੀਆਂ ਵੱਧ ਗਈਆਂ ਨੇ, ਲੋਕ ਸ਼ੌਪਰ ਵੀ ਜਿਹੜਾ ਹੈਗਾ, ਜਿਹੜਾ ਪਲਾਸਟਿਕ ਦਾ ਸ਼ੌਪਰ ਹੈ, ਇਹਨੂੰ ਵੀ ਸਿੱਟ ਦਿੰਦੇ ਨੇ। ਇਹ ਵੀ ਬੜੀ ਵਜ੍ਹਾ ਬਣਦਾ ਹੈ ਜੀ ਸੀਵਰੇਜ ਬੰਦ ਹੋਣ ਦੀ। ਲੋਕਾਂ ਨੂੰ ਵੀ ਜਿਵੇਂ ਸਾਡੇ ਮਲਕ ਇਤਸ਼ਾਮ ਅਲੀ ਸਾਹਿਬ ਕਹਿ ਰਹੇ ਨੇ, ਆਪਣੀ ਮਦਦ ਆਪ ਦੇ ਤਹਿਤ ਵੀ ਸੋਚਣਾ ਚਾਹੀਦਾ, ਐਸਾ ਕੰਮ ਨਾ ਕਰਨ ਕਿ ਜਿੰਦੀ ਵਜ੍ਹਾ ਤੋਂ ਸੀਵਰੇਜ ਵਰਗੇ ਮਸਾਇਲ ਪੈਦਾ ਹੋਣ। ਅੱਛਾ ਜੀ, ਇਹ ਬੁਨਿਆਦੀ ਮਸਲਾ ਕਿ ਸੀਵਰੇਜ ਦਾ ਜਿਹੜਾ ਨਿਜ਼ਾਮ ਹੈ ਉਹ ਬਿਹਤਰ ਨਹੀਂ ਹੈ। ਅਤੇ ਦੂਜੀ ਗੱਲ ਇਹ ਕਿ ਮਲਕ ਸਾਹਿਬ ਜਿੱਤਣਗੇ ਤੇ ਤੁਸੀਂ ਸੀਵਰੇਜ ਦੇ ਨਿਜ਼ਾਮ ਨੂੰ ਤਰਜੀਹ ਦੇਣਾ, ਇਹ ਬੜੀ ਅੱਛੀ ਗੱਲ ਹੋਏਗੀ। ਤੇ ਇਹ ਜਿਹੜੀ ਨਾਲ ਤੁਹਾਡੇ ਬੈਠੀਆਂ ਹੋਈਆਂ ਨੇ ਸੈਕਟਰੀ, ਤੁਸੀਂ ਇਹਨਾਂ ਨੂੰ ਕਿਉਂ ਨਾਲ ਲਿਆਏ ਹੋ? ਸਰ ਵੇਖੋ, ਮੇਰੇ ਜਿਹੜੇ ਵੋਟਰ, ਮੇਰੇ ਸਪੋਰਟਰ, ਮੇਰੇ ਹਲਕੇ ਦੇ ਬੰਦੇ ਜਿਹੜੇ ਮੈਨੂੰ ਮਸਲੇ ਦੱਸਣਗੇ ਉਹ ਮੈਂ ਨੋਟ ਵੀ ਤਾਂ ਕਰਨੇ। ਮੈਂ ਤਾਂ ਐਵੇਂ ਅਗਰ ਇੰਨੇ ਦੇ ਮੇਰੇ ਰੋਜ਼ ਦੇ ਸੈਂਕੜੋਂ ਬੰਦੇ ਮਿਲਦੇ, ਮੈਂ ਤਾਂ ਮਸਲੇ ਉਹਨਾਂ ਨੂੰ ਅਗਰ ਮੈਂ ਲਿਖਾਂ ਨਾ ਤੇ ਮੈਂ ਤਾਂ ਬੋਲ ਜਾਵਾਂ। ਮਲਕ ਦੇ ਨਾਰੇ, ਮਲਕ ਦੇ ਨਾਰੇ। ਮਲਕ ਸਾਹਿਬ ਪਹਿਲੀ ਤੇ ਗੱਲ ਇਹ ਵਾ ਕਿ ਇਸ ਤੇ ਲਿਖਾ ਕੇ ਇਹ ਕਾਲੇ ਸਫੇ ਕਰਵਾਈ ਜਾਂਦੇ ਜੀ ਇਹਨਾਂ ਕੋਲ। ਉਹ ਕੋਈ ਇੱਕ ਕੰਮ ਤੇ ਕਰ ਦਿਓ। ਕਾਲੇ ਸਫੇ ਹੋ ਗਏ ਤੇ ਕਾਲੇ ਮੂੰਹ ਹੋ ਗਏ, ਮਲਕ ਦੇ ਨਾਰੇ। ਸਾਨੂੰ ਤੁਸੀਂ ਇੱਕ ਤੇ ਦੱਸ ਦਿਓ, ਕੋਈ ਇੱਕ ਕੰਮ ਕਰ। ਇਲੈਕਸ਼ਨ ਆਵੇ, ਤੁਸੀਂ ਮੋਹਰ ਲਾਓ ਟਾਂਗੇ ਤੇ ਮੈਂ ਤੁਹਾਨੂੰ ਦੱਸਾਂਗਾ ਕਿ ਕਿਵੇਂ ਕੰਮ ਹੁੰਦੇ ਨੇ। ਸਾਡੇ ਅਸੀਂ ਟਾਂਗੇ ਤੇ ਸਾਡੇ ਕੋਲ ਜਿੱਥੇ ਮਰਜ਼ੀ ਮੋਹਰ ਲਵਾ ਲੈਣਾ। ਉਹ ਕੋਈ ਸੜਕਾਂ ਤੇ ਬਣਵਾ ਦਿਓ ਮੈਂ ਟਾਂਗੇ ਤੇ ਮੋਹਰ ਲਾਉਣ ਲੱਗਾ, ਟਾਂਗਾ ਅੱਗੇ ਟੁਰ ਪਿਆ, ਮੈਂ ਮੋਹਰ ਲੈ ਕੇ ਮਗਰ ਫਿਰਦਾ ਰਿਹਾ। ਅਸੀਂ ਲਾਉਣੀ ਕਿੱਥੇ, ਸਾਨੂੰ ਵੀ ਤਾਂ ਦੱਸੋ ਨਾ। ਟਾਂਗੇ ਤੇ ਵਾਕਿਆ ਯਾਰ ਮਲਕ ਸਾਹਿਬ, ਇਹ ਗੱਲ ਤੁਹਾਡੇ ਵੋਟਰ ਦੀ ਸਿੱਟਣ ਵਾਲੀ ਨਹੀਂ ਹੈ। ਉਹ ਕਹਿੰਦਾ ਟਾਂਗੇ ਤੇ ਮੈਂ ਮੋਹਰ ਲਾਵਾਂ, ਟਾਂਗਾ ਅੱਗੇ ਨੂੰ ਟੁਰ ਪਿਆ ਤੇ
ਨਿਸ਼ਾਨ ਬਦਲੋ ਜੀ ਭਾਜੀ। ਨਿਸ਼ਾਨ ਮੂਲੀ ਸਹੀ, ਮੂਲੀ ਮੂਲੀ ਹਾਂਜੀ, ਇਹਨਾਂ ਦਾ ਹਾਜ਼ਮਾ ਵੀ ਠੀਕ ਰਹੇਗਾ, ਇਹ ਲੋਕਾਂ ਦੀਆਂ ਗੱਲਾਂ ਵੀ ਸੁਣਨਗੇ, ਨਾਲੇ ਮੋਹਰਾਂ ਲਾਵਾਂਗੇ ਨਾਲੇ ਲੂਣ ਲਾਵਾਂਗੇ। ਹਾਂਜੀ, ਮਲਕ ਦੇ ਨਾਰੇ ਨੱਚਣਗੇ, ਮਲਕ ਦੇ ਨਾਰੇ ਨੱਚਣਗੇ, ਮਲਕ ਸਾਡਾ ਆਵੇ ਹੀ ਆਵੇ ਗੱਡੀ ਥੱਲੇ। ਓਹੋ ਸੌਰੀ ਜਿੱਤੇਗਾ ਮਲਕ। ਜਿੱਤ ਕੇ ਇਹ ਲੋਕਲ ਗਵਰਨਮੈਂਟ ਦੇ ਨਿਜ਼ਾਮ ਦਾ ਹਿੱਸਾ ਬਣਨਾ। ਤੁਹਾਡੀ ਖਾਹਿਸ਼ ਕਿਹੜਾ ਇਲੈਕਸ਼ਨ ਲੜਨ ਦੀ ਜੀ? ਸਰ ਮੇਰਾ ਚੇਅਰਮੈਨ ਦਾ ਯੂਨੀਅਨ ਇਲੈਕਸ਼ਨ ਕੌਂਸਲ ਦਾ ਮੈਂ ਚੇਅਰਮੈਨ ਦੇ ਮੈਂ ਉਮੀਦਵਾਰ ਹਾਂ ਜੀ। ਤੇ ਜਿਵੇਂ ਮੇਰੇ ਵੋਟਰ ਸਪੋਰਟਰ ਮੇਰੇ ਨਾਲ ਪਿਆਰ ਕਰਦੇ ਨੇ ਤੇ ਇਨਸ਼ਾਅੱਲਾ ਮੈਨੂੰ ਬੜੀ ਉਮੀਦ ਹੈ ਕਿ ਇਸ ਦਫਾ ਆ ਮੈਨੂੰ ਲੈ ਕੇ ਆਣਗੇ ਤੇ ਮੈਂ ਇਨਸ਼ਾਅੱਲਾ ਇਹਨਾਂ ਦੇ ਐਰਕੀ ਹੀ ਮਸਲੇ ਹੱਲ ਕਰ ਦਿਆਂਗਾ। जनाब तुसी गल सुन ली? सुन ली। ये मैडम ये आप नोट करें, मैडम ये आप नोट करें कि इनकी जो गली है गली नंबर 6 उसका सीवरेज बंद है। लो जी लिख लिया जी। आपका क्या मसला है जी? मेरा यही मसला है, मेरी बीवी रुस के गई, या भी लिखा दे। मैडम ये लिखें कि इसकी बीवी को जाके मैंने मना के लाना है। हाँ जी ਵੱਡ ਵਡੇਰੇ ਜਾਨ ਇਹ ਵੋਟਰ ਨੇ ਜੀ, ਵੋਟਰ ਲਿਖ ਲਓ। ਨਹੀਂ ਬੀਵੀ ਨੇ ਆ ਜਾਣਾ, ਤੁਸੀਂ ਨਾ ਪੁੱਛੋ। ਹਾਂ ਫਿਰ ਪਤਾ ਲੱਗੇ ਕਿ ਮਲਕ ਦੇ ਨਾਰੇ ਮਲਕ ਸਾਡਾ। ਦੂਜੀ ਗੱਲ ਜਾ ਕੇ ਹਲਕੇ 'ਚ ਇੱਕ ਦਫਾ ਤੁਸੀਂ ਜਾ ਕੇ ਮਲਕ ਸਾਹਿਬ ਤੇ ਰਹਿੰਦੇ ਨੇ ਨਾ, ਉੱਥੇ ਦੀਆਂ ਧੀਆਂ ਭੈਣਾਂ ਨੂੰ ਜਾ ਕੇ ਪੁੱਛੋ ਕਿ ਕਿਸੇ ਦਾ ਵੀ ਕੋਈ ਹੱਲ ਹੋਇਆ ਕੰਮ? ਨਹੀਂ ਜੀ, ਕੋਈ ਨਾ ਕੋਈ ਮਸਲੇ ਹੱਲ ਹੋਏ ਨੇ। ਇਹਨਾਂ ਦੀ ਗੱਲ ਕਰਨ ਤੋਂ ਇਹ ਮੈਨੂੰ ਖੁਸ਼ੀ ਮਹਿਸੂਸ ਹੋਈ ਹੈ। ਮੈਂ ਮਹਿਸੂਸ ਕੀਤਾ ਹੈ ਕਿ ਵੇਖੋ ਹਜੇ ਉਹਨਾਂ ਨੇ ਇਲੈਕਸ਼ਨ ਲੜਨਾ ਹੈ, ਇਲੈਕਸ਼ਨ ਲੜ ਕੇ ਜਿੱਤਣਗੇ, ਉਹਨਾਂ ਕੋਲ ਇਖਤਿਆਰਾਤ ਆਣਗੇ। ਤੁਹਾਡਾ ਵੋਟਰਸ ਦਾ ਫਰਜ਼ ਬਣਦਾ ਹੈ ਉਸ ਬੰਦੇ ਨੂੰ ਵੋਟ ਪਾਓ, ਉਹਦੇ ਨਿਸ਼ਾਨ ਦੇ ਉੱਤੇ ਮੋਹਰ ਲਾਓ ਤਾਂ ਕਿ ਜਿਹੜਾ ਤੁਹਾਡੇ ਵਿੱਚੋਂ ਹੋਵੇ। ਬਾਜ਼ੂ ਕਾਤ ਇੰਝ ਹੁੰਦਾ ਹੈ ਕਿ ਕਿਸੇ ਯੂਨੀਅਨ ਕੌਂਸਲ ਦੇ ਵਿੱਚ ਬਾਹਰਲੇ ਪਾਸੋਂ ਕਿਸੇ ਹੋਰ ਇਲਾਕੇ ਦੇ ਵਿੱਚੋਂ ਆ ਕੇ ਬੰਦਾ ਇਲੈਕਸ਼ਨ ਲੜਦਾ ਹੈ, ਉਹਦੀ ਵੱਡੀ ਗੱਡੀ ਵੇਖ ਕੇ, ਉਹਦੇ ਰੁਪਈਏ ਵੇਖ ਕੇ ਵੋਟਰ ਉਹਦੇ ਨਾਲ ਜੁੜ ਜਾਂਦੇ ਨੇ। ਉਹ ਕੀਮੇ ਵਾਲੇ ਨਾਨਾ ਦੇ ਚੱਕਰ 'ਚ ਪੈ ਜਾਂਦੇ ਨੇ। ਬਿਰਿਆਨੀ ਬਿਜਲੀ ਦੇ, ਅੱਛਾ ਜੀ ਬਿਰਿਆਨੀ ਦਾ ਵੀ ਬੜਾ ਕੰਮ। ਬਿਜਲੀ ਦੇ ਬਿੱਲ ਲੈ ਕੇ ਆ ਜਾਂਦੇ ਨੇ, ਬੱਚਿਆਂ ਦੀਆਂ ਫੀਸਾਂ ਤੇ ਲੈ ਜਾਂਦੇ। ਇੱਕ ਵਾਰੀ ਤੇ ਤੁਸੀਂ ਬਿੱਲ ਉਹਦੇ ਕੋਲੋਂ ਪੈਸੇ ਲੈ ਲਏ, ਇੱਕ ਵਾਰੀ ਤੁਹਾਡਾ ਉਹਨੇ ਮਸਲਾ ਹੱਲ ਕਰਤਾ, 5 ਸਾਲ ਤੁਹਾਨੂੰ ਉਹਨੇ ਨਜ਼ਰ ਨਹੀਂ ਆਣਾ ਕਿਉਂਕਿ ਉਹ ਤੁਹਾਡੇ ਹਲਕੇ ਦਾ ਬੰਦਾ ਨਹੀਂ ਹੈ। ਮਲਕ ਸਾਹਿਬ ਤੁਸੀਂ ਆਪਣੇ ਹਲਕੇ 'ਚੋਂ ਇਲੈਕਸ਼ਨ ਲੜੋਗੇ ਕਿ ਕਿਸੇ ਹੋਰ ਹਲਕੇ 'ਚੋਂ ਇਲੈਕਸ਼ਨ ਲੜੋਗੇ? ਸਰ ਮੈਂ ਤੁਹਾਡੀ ਗੱਲ ਜਿਹੜੀ ਹੈ ਉਹਨੂੰ ਅੱਗੇ ਵਧਾਵਾਂਗਾ। ਮੈਂ ਆਪਣੇ ਹਲਕੇ 'ਚ ਹੀ ਖੜਾ ਜੀ। ਮੇਰੀ ਪੈਦਾਇਸ਼ ਇਸ ਹਲਕੇ ਦੀ ਹੈ। ਮੈਂ ਆਪਣੇ ਭਰਾਵਾਂ ਦੇ ਨਾਲ ਹੀ ਵੱਡਿਆ ਹੋਇਆ। ਮੈਂ ਇਹਨਾਂ ਭਰਾਵਾਂ ਨੂੰ ਪੁੱਛਣਾ, ਮੈਂ ਉਹਨਾਂ ਦਾ ਨਾਮ ਨਹੀਂ ਲਵਾਂਗਾ ਜਿਹੜੇ ਮੇਰੇ ਮੁਕਾਬਲੇ ਤੇ ਖੜੇ ਨੇ। ਮੈਨੂੰ ਆਹ ਦੱਸੋ ਕਿ ਕਦੀ ਆ ਉਹਨਾਂ ਦੇ ਡੇਰੇ ਤੇ ਗਏ ਹੋ ਤੇ ਉਹ ਇਹਨਾਂ ਨੂੰ ਮਿਲੇ ਹੋਣ? ਮਲਕ ਦੇ ਨਾਰੇ ਵੱਜਣਗੇ, ਮਲਕ ਦੇ ਨਾਰੇ ਵੱਜਣਗੇ। ਅਸੀਂ ਜਦੋਂ ਮਲਕ ਸਾਹਿਬ ਕਾਉਂਸਲਰ ਦਾ ਇਲੈਕਸ਼ਨ ਲੜੇ ਉਦੋਂ ਤੋਂ ਲੱਗ ਕੇ ਅਸੀਂ ਇਹਨਾਂ ਦੇ ਨਾਲ ਆ। ਤੁਹਾਡੀ ਦੁਆ ਨਾਲ ਅਸੀਂ ਦੋ ਹੀ ਨਾਲ ਆ, ਹੋਰ ਕੋਈ ਵੀ ਨਹੀਂ ਸੀ ਨਾਲ ਇਹਨਾਂ ਦੇ। ਨਹੀਂ ਸਾਡੇ 2 ਵੋਟ ਇਹਨਾਂ ਨੂੰ ਅੱਗੇ ਤੱਕ ਲੈ। ਵੇਖੋ ਜੀ, ਕਿਸੇ ਨੇ ਬਾਰਿਸ਼ ਦਾ ਪਹਿਲਾ ਕਤਰਾ ਬਣਨਾ ਹੁੰਦਾ ਹੈ, 1 ਤੋਂ 2, ਇਕੱਲਾ 2 11। ਤੁਸੀਂ 11 ਜਿੰਨੇ ਨਾਲ ਹੋ ਗਏ ਹੋ। ਲੋਕਾਂ ਨੂੰ ਜਦੋਂ ਤੁਸੀਂ ਦੱਸੋਗੇ ਕਿ ਮਲਕ ਸਾਹਿਬ ਇਲਾਕੇ ਦੀ ਖਿਦਮਤ ਕਰਨਾ ਚਾਹੁੰਦੇ ਨੇ, ਤੁਹਾਡੇ ਬੁਨਿਆਦੀ ਮਸਲੇ ਹੱਲ ਕਰਨਾ ਚਾਹੁੰਦੇ ਨੇ, ਆਓ ਇਹਨਾਂ ਨੂੰ ਵੋਟ ਪਾਈਏ ਤਾਂ ਕਿ ਕਾਮਯਾਬ ਹੋਣ। ਤੇ ਜਿਹੜੇ ਕਈ ਵਰ੍ਹਿਆਂ ਤੋਂ, ਕਈ ਸਾਲਾਂ ਤੋਂ ਸਾਡੇ ਮਸਲੇ ਹੱਲ ਨਹੀਂ ਹੋਏ ਬੁਨਿਆਦੀ, ਉਹ ਮਸਲੇ ਹੱਲ ਹੋਣ। ਤੇ ਸਾਨੂੰ ਆਏ ਦਿਨ ਆਪਣਾ ਕੰਮਕਾਰ ਛੱਡ ਕੇ ਦਿਹਾੜੀ ਤੋੜ ਕੇ ਮਲਕ ਸਾਹਿਬ ਦੇ ਡੇਰੇ ਤੇ ਜਾ ਕੇ ਨਾ ਕਹਿਣਾ ਪਏ, ਕਿਉਂਕਿ ਮਲਕ ਆਪ ਜਦੋਂ ਉਸ ਸੀਵਰੇਜ ਵਾਲੀ ਸੜਕ ਜਿੱਥੇ ਪਾਣੀ ਰੁਕਿਆ ਹੋਏਗਾ ਲੰਘ ਕੇ ਆਏਗਾ ਤੇ ਉਹਨੂੰ ਪਤਾ ਹੈ ਕਿ ਮੇਰੇ ਕੋਲ ਪੈਸਾ ਵੀ ਹੈ ਸਰਕਾਰੀ ਸਤ੍ਹਾ ਤੇ ਜਿਹੜਾ ਫੰਡ ਆਇਆ, ਮੈਂ ਹੁਣ ਇਹਨਾਂ ਦੇ ਮਸਲੇ ਆਸਾਨੀ ਨਾਲ ਹੱਲ ਕਰ ਸਕਦਾ। ਮਲਕ ਸਾਹਿਬ ਦੇ ਘਰ ਅਸੀਂ ਗਏ, ਇਹਨਾਂ ਨੇ ਕਿਹਾ ਜੀ ਫਲਾਹ ਜਾ ਕੇ ਘਰ ਦੇ ਵਿੱਚ ਜਾ ਕੇ ਆਟਾ ਦੇ ਆਓ। ਅਸੀਂ ਆਟਾ ਦੇਣ ਗਏ, ਤੁਸੀਂ ਮੰਨੋਗੇ ਆਟਾ ਕਿੰਨਾ ਦੇਣਗੇ? ਉਹਨਾਂ ਦੇ ਘਰ ਦੇ ਵਿੱਚ 13 ਜੀ ਖਾਣ ਵਾਲੇ, ਤੇ ਮਲਕ ਸਾਹਿਬ ਕਹਿੰਦੇ 1.5 ਕਿਲੋ ਆਟਾ ਉਹਨਾਂ ਦੇ ਘਰ ਦਿਓ। ਉਲਟਾ ਉਹ ਘਰੋਂ ਚੁੱਕ ਕੇ ਮੈਨੂੰ 5 ਕਿਲੋ ਦੇ ਰਿਹਾ, ਜਾ ਕੇ ਮਲਕ ਸਾਹਿਬ ਨੂੰ ਦਿਓ। ਇਹ ਤੁਸੀਂ ਨਹੀਂ ਜਤਾ ਅਗੋ 5 ਕਿਲੋ ਆਟਾ ਮਲਕ ਸਾਹਿਬ ਨੇ ਫੇਰ 3 ਘਰਾਂ 'ਚ ਵੰਡਿਆ। ਏਡੇ ਖੁੱਲੇ ਦੇਣ ਵਾਲੇ ਮਲਕ ਦੇ ਨਾਰੇ, ਨਾਰੇ ਵੱਜਣਗੇ, ਮਲਕ ਦੇ ਨਾਰੇ। ਔਰ ਐਵੇਂ ਦਾ ਮਲਕ ਸਾਨੂੰ ਜਿੱਥੇ ਚਾਹੀਦਾ ਉੱਥੇ ਪਹੁੰਚਦੇ ਨੇ। ਸਭ ਤੋਂ ਖੂਬਸੂਰਤ ਗੱਲ ਹੈ ਪ੍ਰੋਗਰਾਮ 'ਚ ਬੈਠਿਆ ਤੁਸੀਂ ਉਹਨਾਂ ਦੇ ਸਾਹਮਣੇ ਖੁੱਲ੍ਹ ਕੇ ਤਨਕੀਦ ਕਰ ਰਹੇ ਹੋ। ਔਰ ਕੁਝ ਮਜ਼ਾ ਹੈ ਨਾ ਜਦੋਂ ਬੇਲੀ ਆਪਸ 'ਚ ਫਰੈਂਕ ਹੋਣ, ਤੁਸੀਂ ਵੋਟਰਸ ਵੀ ਹੋ, ਉਹਨਾਂ ਦੇ ਦੋਸਤ ਵੀ ਹੋ, ਇਕੱਠੇ ਵੱਡੇ ਹੋਏ ਹੋ ਨਾ, ਤੇ ਬੰਦਾ ਖੁੱਲ੍ਹ ਕੇ ਗੱਲ ਕਰਦਾ। ਸਰ ਉਹਨਾਂ ਨੂੰ ਫੇਰ ਸ਼ਰਮ ਨਹੀਂ ਆਉਂਦੀ? सेक्रेटरी नोट करो, उस घर में 5 किलो आटा भेजना है। ਦੱਸੋ ਜੀ, ਇਹ 5 ਕਿਲੋ ਹੁਣ ਉਹਨਾਂ ਨੇ 5 ਇਹਨਾਂ ਨੂੰ ਦਿੱਤਾ ਹੈ, ਇਹ 5 ਫੇਰ ਉਹਨਾਂ ਦੇ ਘਰ ਭੇਜਣ ਲੱਗੇ। ਇਹ ਤੇ ਮਲਕ ਸਾਹਿਬ ਦਾ ਹਾਲ। ਅਸੀਂ ਤੇ ਇਹਨਾਂ ਦੇ ਪਿੱਛੇ ਜਾ ਕੇ ਵੋਟ ਨਹੀਂ ਮੰਗ ਸਕਦੇ। ਉਹ ਤੁਸੀਂ ਜਾ ਕੇ ਹਲਕੇ 'ਚ ਤੇ ਵੇਖੋ ਕੀ ਕਰ ਰਹੇ ਨੇ। ਅਸੀਂ ਤੇ ਮਰ ਗਏ ਇਹਨਾਂ ਪਿੱਛੇ ਲੜ ਕੇ। ਇਹਨਾਂ ਨੇ ਪੱਲਿਓਂ ਘੱਲਣੇ ਨੇ। ਜਦੋਂ ਜਿੰਨੇ ਕੁ ਵਸਾਇਲ ਨੇ ਉਹਦੇ ਵਿੱਚ ਉਹ ਕਿਸੇ ਨੂੰ ਬੂਹੇੋਂ ਖਾਲੀ ਨਹੀਂ ਜਾਣ ਦਿੰਦੇ। ਜੋ ਉਹਨਾਂ ਦੇ ਵਾਸਤੇ 'ਚ ਉਹ ਖਿਦਮਤ ਉਹਨਾਂ ਦੀ ਕਰਦੇ ਨੇ। आप पुछ लो जी, आ 3 टाइम मेरे को रोटी खाने डेरा मेरा चल रहा है जी। चाहे उत्थे बिला यानी नागा हर वेले तुसी आओ, चाहे तुहानू मिलेगी 3 टाइम नाश्ता, दोपहर का खाना, रात का खाना इन्हां नू मिलदा है। ਇੱਥੇ ਤੱਕ ਕਿ ਆ ਸ਼ੋਪਰਾ 'ਚ ਆਪਣੇ ਘਰ ਵੀ ਲੈ ਵੈਰੀ ਗੁੱਡ, ਵੈਰੀ ਗੁੱਡ। ਲਓ ਜੀ, ਇਹ ਮਲਕ ਦੇ ਡੇਰੇ ਤੇ ਚਲੇ ਜਾਓ। ਤੁਸੀਂ ਤਾਂ ਇਤਫਾਕਨ ਕਦੀ ਆਏ ਨਹੀਂ। ਲਓ ਜੀ, ਤੁਸੀਂ ਇੱਕ ਵਾਰੀ ਆਓ ਮਲਕ ਦੇ ਡੇਰੇ ਤੇ। 1 ਕਿਲੋ ਦੁੱਧ ਆਂਦਾ ਤੇ 250 ਬੰਦਿਆਂ ਵਾਸਤੇ ਚਾਹ ਬਣਦੀ।
ਉਹ ਚਾਹ ਹੋਏਗੀ ਮੈਨੂੰ ਦੱਸੋ। 250 ਬੰਦੇ ਨਾਲ ਕਿਲੋ ਦੁੱਧ ਚ ਪਿਆਰ, ਮਲਕ ਦੇ ਨਾਰੇ ਬਚਣਗੇ, ਮਲਕ ਦੇ ਨਾਰੇ, ਮਲਕ ਸਾਡਾ। ਤੁਸੀਂ ਕਮਾਲ ਵੋਟਰ ਹੋ ਕਿ ਜੋੜੀ ਵੀ ਗੱਲ ਹੁੰਦੀ ਏ, ਭਾਵੇਂ ਉਹਨਾਂ ਦੇ ਹੱਕ 'ਚ ਹੁੰਦੀ ਏ ਜਾਂ ਉਹਨਾਂ ਦੇ ਹੱਕ 'ਚ ਨਹੀਂ ਹੁੰਦੀ, ਤੁਸੀਂ ਉਹਨਾਂ ਦੇ ਨਾਰੇ ਮਾਰਦੇ ਹੋ। ਮੈਨੂੰ ਲੱਗਦਾ ਤੁਹਾਡਾ ਖਾਸ ਮੁਹੱਬਤ ਵਿੱਚ ਇਹ ਹੈ। ਨਹੀਂ ਮੁਹੱਬਤ ਨਹੀਂ, ਮੈਂ ਫੀ ਨਾਰਾ 1000 ਰੁਪਇਆ ਲੈਣਾ ਉਹਨਾਂ ਕੋ, ਮੈਂ ਤਾਂ ਆਪਣੇ 1000 ਵਧਾ ਰਿਹਾ। ਤੁਹਾਡਾ ਬੇੜਾ ਹੀ ਤਰ ਜਾਏ। ਮਲਕ ਸਾਹਿਬ, ਇਹ ਜਿਹੜੇ ਪੈਸੇ ਇਹਨਾਂ ਨੂੰ ਤੁਸੀਂ ਦਿੰਦੇ ਹੋ, ਇਹ ਪੈਸੇ ਅਗਰ ਤੁਸੀਂ ਬਚਾ ਕੇ ਜਿਹੜੇ ਲੋਕਾਂ ਦਾ ਖਾਣ ਪੀਣ ਦੇ ਮਸਲੇ ਨੇ, ਬੱਚਿਆਂ ਦੀਆਂ ਫੀਸਾਂ, ਲੋਕ ਆਪਣੇ ਮਸਾਇਲ ਹੈ, ਵਾਕਿਆ ਗੁਰਬਤ ਦੀ ਵਜ੍ਹਾ ਤੋਂ ਨਾ ਲੋਕਾਂ ਦੇ ਬੜੇ ਜੈਨਮਨ ਮਸਲੇ ਨੇ, ਉਹ ਆਉਂਦੇ ਨੇ, ਉਹਨਾਂ ਦੇ ਮਸਲੇ ਹੱਲ ਕਰੋ, ਫਜ਼ੂਲ ਖਰਚੀ ਤੋਂ ਬਚੋ। ਤੁਹਾਨੂੰ ਇੱਕ ਰਾਜ਼ ਦੀ ਗੱਲ ਦੱਸਾਂ ਸਰ, ਸਾਡੇ 90% ਸਿਆਸਤਦਾਨ ਜਿਹੜੇ ਨੇ ਉਹ ਐਵੇਂ ਕਰਦੇ ਨੇ ਕਿ 2-4 ਉਹਨਾਂ ਨੇ ਆਪਣੇ ਕਰੀਬੀ ਦੋਸਤ ਰੱਖੇ ਹੁੰਦੇ ਨੇ, ਯਾਨੀ ਕਰੀਬੀ ਯਾਨੀ ਐਸੇ ਰੱਖੇ ਹੁੰਦੇ ਨੇ ਜਿਹੜੇ ਸਿਰਫ ਉਹਨਾਂ ਦੀ ਤਾਰੀਫਾਂ ਕਰਨ ਵਾਸਤੇ। ਮਿਸਾਲ ਦੇ ਤੌਰ ਤੇ ਤੇਰਾ ਉਹ ਮੱਲਾ, ਤੇਰਾ ਉਹ ਮੱਲਾ, ਤੇਰੀ ਉਹ ਨੁੱਕਰ ਆ, ਤੂੰ ਜਾ ਕੇ ਆਹ ਦੱਸਣਾ ਹੈ ਕਿ ਮਲਕ ਸਾਹਿਬ ਨੇ ਅੱਜ ਐਵੇਂ ਕੀਤਾ, ਮਲਕ ਸਾਹਿਬ ਨੇ ਅੱਜ ਇੰਨਾ ਲੰਗਰ ਦਿੱਤਾ, ਮਲਕ ਸਾਹਿਬ ਨੇ, ਬੰਦਾ ਆਇਆ ਉਹਦੇ ਘਰ ਰੋਟੀ ਨਹੀਂ ਸੀ, ਮਲਕ ਸਾਹਿਬ ਨੇ ਉਹਨੂੰ ਆਟਾ ਦਿੱਤਾ, ਭਾਵੇਂ ਦਿੱਤਾ ਹੋਵੇ ਜਾਂ ਨਾ ਦਿੱਤਾ ਹੋਵੇ, ਮੈਂ 1000 ਰੁਪਏ ਅਗਰ ਦਿਹਾੜੀ ਇਹਨੂੰ ਦੇਵਾਂਗਾ, ਲੇਕਿਨ ਜਦੋਂ ਆ 4 ਗਲੀਆਂ 'ਚ ਜਾ ਕੇ ਦੱਸੇਗਾ ਤੇ ਮੇਰਾ ਕਿੰਨਾ ਵੋਟ ਵਧੇ। ਇਹ ਤੁਹਾਡੇ ਕੰਪੇਨ ਦਾ ਹਿੱਸਾ, ਮੈਂ ਸਮਝ ਰਿਹਾ ਜੀ। ਚਲੋ ਮਜਬੂਰੀ ਹੈ ਜੀ, ਜੈਸਾ ਦੇਸ਼ ਵੈਸਾ ਭੇਸ। ਮਲਕ ਸਾਹਿਬ ਨੂੰ ਜਿੱਥੇ ਸੱਦੋ ਪਹੁੰਚਦੇ ਨੇ। ਸਾਡਾ ਮੁੰਡਾ ਥਾਣੇ ਫੜਿਆ ਗਿਆ, ਮਲਕ ਸਾਹਿਬ ਨੂੰ ਫੋਨ ਕੀਤਾ ਮੈਂ। ਅੱਛਾ ਜੀ। ਮੈਂ ਕਿਹਾ ਮਲਕ ਸਾਹਿਬ ਮੁੰਡਾ ਫੜਿਆ ਗਿਆ। ਮਲਕ ਸਾਹਿਬ ਕਹਿੰਦੇ ਬੰਦ ਕਰ ਦੇ, ਰਾਤ ਦਾ ਮੈਂ ਵੀ ਫੜਿਆ ਗਿਆ। ਮਲਕ ਦੇ ਨਾਰੇ, ਮਲਕ ਦੇ ਨਾਰੇ। ਹੁਣ ਮਲਕ ਸਾਹਿਬ ਇੱਕ ਵਾਰੀ ਡਿਸਪੈਂਸਰੀ ਤੇ ਚਲੇ ਗਏ, ਉੱਥੇ ਜਾ ਕੇ ਜੀ ਇੱਕ ਬੀਬੀ ਨੇ ਕਿਹਾ ਮਲਕ ਸਾਹਿਬ ਇਹ ਦਵਾਈ ਲੈ ਦਿਓ। ਉਹ ਕਹਿੰਦੀ ਅੱਗੋਂ ਮਲਕ ਸਾਹਿਬ ਕੀ ਕਹਿੰਦੇ, ਲੋ ਜੀ ਮੇਰੀ ਜੇਬ 'ਚ ਤੇ ਅੱਗੇ ਪੈਸੇ ਕੋਈ ਨਹੀਂ, ਕੋਈ ਤੁਹਾਡੇ ਕੋਲ ਹੈਗੇ ਤੇ ਮੈਨੂੰ ਤੇਲ ਆਸ ਦੇ ਦਿਓ। ਓਏ ਹੋਏ, ਮੋਟਰਸਾਈਕਲ ਦਾ, ਗੱਡੀ ਦਾ ਤੇਲ ਮੁੱਕਿਆ ਪਿਆ। ਤੂੰ ਵੋਟ ਨਹੀਂ ਪਾਉਣਾ ਨਾ ਪਾ, ਜ਼ਲੀਲ ਤੇ ਨਾ ਕਰ ਸਾਡੇ ਮਲਕ ਸਾਹਿਬ ਦਾ ਹਾਲ ਦੇਖੋ ਜੀ ਹੁਣ ਕੀ ਕਰੀ। ਇਹ ਕਬੜੀਜਿਆ ਜਿਹਾ ਤੁਹਾਡਾ ਵੋਟਰ ਹੈ ਜੀ। ਚਲੋ, ਜਿੱਥੇ ਕੁਝ ਪਿਆਰ ਕਰਨ ਵਾਲੇ ਹੁੰਦੇ ਨੇ, ਕੁਝ ਮੁਸਬਤ ਤਨਕੀਦ ਕਰਨ ਵਾਲੇ ਲੋਕ ਵੀ ਹੁੰਦੇ ਨੇ। ਜਿਹੜੇ ਮੁਸਬਤ ਤਨਕੀਦ ਹੁੰਦੀ ਏ, ਉਹ ਕਿਸੇ ਵੀ ਮੁਆਸ਼ਰੇ ਦਾ ਹੁਸਨ ਹੁੰਦਾ ਹੈ, ਉਹ ਕੰਮ 'ਚ ਨਿਖਾਰ ਪੈਦਾ ਕਰਦੀ ਹੈ, ਉਹ ਕਿਸੇ ਵੀ ਬੰਦੇ ਨੂੰ ਤਹਿਰੀਕ ਦਿੰਦੀ ਹੈ ਕਿ ਉਹ ਆਉਣ ਵਾਲੇ ਦਿਨਾਂ ਦੇ ਵਿੱਚ, ਆਉਣ ਵਾਲੀ ਪਲਕ ਦੇ ਵਿੱਚ ਬਿਹਤਰ ਕੰਮ ਕਰੇ। ਇਸ ਵੇਲੇ ਜੀ ਅਸੀਂ ਸੋਹਣੀ ਧਰਤੀ ਦੇ ਪ੍ਰੋਗਰਾਮ ਵਿੱਚ ਇੱਕ ਛੋਟੀ ਜਿਹੀ ਬ੍ਰੇਕ ਲਾਂਗੇ, ਥੋੜੀ ਦੇਰ ਬਾਅਦ ਪਰਤਨੇ ਆ, ਸਾਡੇ ਨਾਲ ਰਹਿਣਾ। आसमान को छूने की चाहतों के साथ ख्वाहिशों को छत देकर ये डालते हैं नई तरक्की की, और ये है ताहिर एस्टेट्स, स्टील मॉन्यूमेंट्स मैन्युफैक्चरर्स, प्रोजेक्ट मार्केटिंग, टाउन डेवलपर एंड बिल्डर। ताहिर एस्टेट्स साहिवाल का सबसे पहला और वाहिद इंटरनेशनल ISO सर्टिफाइड इदारा और चैम्बर ऑफ कॉमर्स की तरफ से बेस्ट अचीवमेंट अवार्ड हासिल कर चुका है, जिन्होंने साहिवाल में रेजिडेंशियल और कमर्शियल प्रॉपर्टी में मार्केटिंग को दी एक नई पहचान। साहिवाल में कामयाब प्रोजेक्ट्स, जीवन सिटी, सफारी सिटी ओकाड़ा, अल रज़ाक विलास, ईडन गार्डन, गुलशन ज़ैनब, फरीद एवेन्यू, अलहम्रा ब्लॉक, साहिवाल एस्टेट, and new project in Arifwala Defence City Housing Scheme. The largest marketing network in real estate. Tahir Estates, Commercial Plaza number 1, Jeevan City Phase 1, Main Mudhali Road, Sahiwal. UN number 923041110300. ਪ੍ਰੋਗਰਾਮ ਸੋਹਣੀ ਧਰਤੀ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ। ਅਸੀਂ ਵਾਪਸ ਪਰਤ ਆਏ ਹਾਂ। ਸਾਡੇ ਨਾਲ ਸਾਡੀ ਪੂਰੀ ਟੀਮ, ਜਿਹੜੀ ਸਿਆਸਤਦਾਨ ਮਲਕ ਇਤਸ਼ਾਮ ਅਲੀ ਫੁੱਲਰਵਾਨ ਨੇ, ਉਹਨਾਂ ਦੀ ਸੈਕਟਰੀ ਨੇ, 2 ਵੋਟਰਸ ਨੇ, ਉਹਨਾਂ 'ਚ ਇੱਕ ਵੋਟਰ ਜੀ ਮਲਕ ਦੇ ਨਾਰੇ ਮਾਰੀ ਜਾ ਰਿਹਾ ਹੈ, ਇੱਕ ਜੀ ਮੁਸਬਤ ਤਨਕੀਦ ਕਰੀ ਜਾ ਰਿਹਾ ਹੈ। ਅੱਛਾ ਜੀ, ਮੈਂ ਇਹ ਗੱਲ ਕਰਾਂਗਾ ਮਲਕ ਸਾਹਿਬ, ਤੁਸੀਂ ਪ੍ਰੋਗਰਾਮ 'ਚ ਵਕਫੇ ਤੋਂ ਪਹਿਲੇ ਇਹ ਗੱਲ ਕਰ ਰਹੇ ਸੀ ਕਿ ਤੁਹਾਡਾ ਡੇਰਾ ਜਿਹੜਾ ਹੈ ਨਾ ਜੀ, ਉਹ ਹਰ ਟਾਈਮ ਖੁੱਲ੍ਹਾ ਹੈ, ਉਹਨੂੰ ਗੇਟ ਬੰਦ ਨਹੀਂ ਹੁੰਦਾ। ਮੈਂ ਤੁਹਾਡੀ ਤਾਰੀਫ ਕਰਾਂਗਾ, ਕਿਉਂਕਿ ਮੈਂ ਵੇਖਿਆ ਕੁਝ ਸਿਆਸਤਦਾਨ ਐਸੇ ਨੇ ਜਿੱਤਣ ਤੋਂ ਬਾਅਦ ਉਹਨਾਂ ਦੇ ਘਰ ਦੇ ਬੂਹੇ ਬੰਦ ਹੋ ਜਾਂਦੇ ਨੇ, ਵੋਟਰ ਡਰਦਾ ਕੋਲੋਂ ਨਹੀਂ ਲੰਘਦਾ। ਹਮੇਸ਼ਾ ਉਹੀ ਸਿਆਸਤਦਾਨ ਵਸੇਬ ਦੀ ਖਿਦਮਤ ਕਰ ਸਕਦਾ ਹੈ,
ਮੁਆਸ਼ਰੇ ਦੀ ਖਿਦਮਤ ਕਰ ਸਕਦਾ ਹੈ, ਵੋਟਰਸ ਦੀ ਖਿਦਮਤ ਕਰ ਸਕਦਾ ਹੈ, ਜਿੰਦਾ ਇੱਕ ਘਰ-ਬਾਰ ਜਿਹੜਾ ਡੇਰਾ ਖਾਸ ਤੌਰ ਤੇ ਸਾਡੇ ਇਸ ਵਸੋਂ ਦੇ ਵਿੱਚ ਨਾਮ ਲਿਆ ਜਾਂਦਾ ਹੈ, ਉਹਦੇ ਗੇਟ ਖੁੱਲ੍ਹੇ ਹੋਣ। ਵੇਖੋ ਬੰਦਾ ਆਉਂਦਾ ਹੈ, ਆਪਣਾ ਦੁੱਖ ਦਰਦ ਬਿਆਨ ਕਰਦਾ ਹੈ, ਉਹਦੇ ਲਈ ਕੋਸ਼ਿਸ਼ ਕਰ ਲੈਣਾ ਹੀ ਮੈਂ ਸਮਝਣਾ ਕਾਬਲੇ ਤਾਰੀਫ ਹੈ। ਕੰਮ ਸਾਰੇ ਨਹੀਂ ਹੁੰਦੇ ਲੇਕਿਨ ਕੁਝ ਕੰਮ ਹੋ ਜਾਂਦੇ ਨੇ। ਅੱਛਾ ਸੈਕਟਰੀ ਜੀ, ਤੁਸੀਂ ਇਹਨਾਂ ਦੇ ਨਾਲ ਹੋ ਹਰ ਟਾਈਮ, ਤੁਹਾਡੇ ਇਲਾਕੇ ਦੇ ਵੀ ਕੋਈ ਮਸਲੇ ਨੇ ਜਾਂ ਤੁਸੀਂ ਕਿਹੜਾ ਮਸਲਾ समझते हो ਜਿਹੜਾ मलिक साहब ਨੂੰ फौरी हल करना चाहिए? मलिक साहब को जो है सबसे पहले तो ये मेन सिटी का जो रोड है उसको वो टूटा हुआ है और बहुत आने जाने में जो है वो मसला है लोगों के, तो उसको सबसे पहले मैं चाहूँगी तो कि उसको जो है सबसे पहले उसको बनाया जाए, नई सड़क नया रोड बनाया जाए ताकि जो है कि ट्रैफिक आने जाने में कोई आम तो रफ्त का बड़ा मसला जी मलिक साहब, सड़कां टुटियां होईयां ने, करसे तो सड़कां कुछ बनियां ने कुछ नहीं बनियां। ਹੁਣ ਮਲਿਕ ਸਾਹਿਬ ਦੀ ਗੱਲ ਜਿਹੜੀ ਇਹੀ ਸੜਕਾਂ ਦੀ ਇਹਨਾਂ ਦੇ ਪੀਏ ਨੇ, ਤੁਸੀਂ ਇੱਥੋਂ ਸੋਚੋ ਇਹ ਪੀਏ ਹੋ ਕੇ ਕਿੰਨੇ ਇਹਨਾਂ ਤੋਂ ਅੱਕੇ ਪਏ ਨੇ। ਅਸਲ ਗੱਲ ਇਹ ਹੈ ਜਨਾਬ ਕਿ ਤੁਸੀਂ ਜਿਹੜਾ ਰੋਡ ਬਣਨਾ ਨਾ ਉਹਦਾ ਟੈਂਡਰ ਹੁੰਦਾ ਜੀ 30 ਲੱਖ ਦਾ, ਹੁਣ 28 ਲੱਖ ਤੇ ਮਲਿਕ ਸਾਹਿਬ ਦੇ ਅਕਾਊਂਟ 'ਚ ਜਾਂਦਾ ਤੇ 2 ਲੱਖ ਕੋ ਬਚਦਾ, ਉਹ ਕੀ ਪੱਲੇ ਪੈਂਦਾ ਜੀ ਉਹਦੇ ਰੋਡ। ਅਸਲ ਗੱਲ ਹੈ ਤੁਸੀਂ ਹੁਣ ਮਲਿਕ ਸਾਹਿਬ ਆਪਣੇ ਪੈਸੇ ਛੱਡਣ, ਕੋਈ ਵਾਮ ਤੇ ਤਰਸ ਖਾਣ ਕਿ ਕੀ ਕਰਦੇ ਪਏ ਆ। ਅਸਲ 'ਚ ਤੁਸੀਂ ਉਹ ਕਬੜੀਜੇ ਹੋਏ। ਮੈਂ ਪਹਿਲੇ ਵੀ ਗੁਜ਼ਾਰਿਸ਼ ਕੀਤੀ ਹੈ ਕਿ ਮਲਿਕ ਸਾਹਿਬ ਤੇ ਅਜੇ ਜਿੱਤੇ ਹੀ ਨਹੀਂ ਨੇ। ਮਲਿਕ ਸਾਹਿਬ ਜਿੱਤਣਗੇ ਤੇ ਇਹਨਾਂ ਦੇ ਅਕਾਊਂਟ 'ਚ ਪੈਸੇ ਆਣਗੇ। ਬਹਰਹਾਲ ਤੁਹਾਡੀ ਇਸ ਗੱਲ ਨਾਲ ਅਸੀਂ ਕਿਸੇ ਹੱਦ ਤੱਕ ਇਤਫਾਕ ਕਰਨੇ ਆ ਕਿ ਜਿਹੜਾ ਫੰਡ ਆਂਦਾ ਸਰਕਾਰੀ ਸਤ੍ਹਾ ਤੇ ਉਹ ਪੂਰੇ ਦਾ ਪੂਰਾ ਤਰੱਕੀ ਦੇ ਉੱਤੇ ਲੱਗਣਾ ਚਾਹੀਦਾ ਹੈ। ਵਿੱਚੋਂ ਕਮਿਸ਼ਨ, ਵਿੱਚੋਂ ਜਿਹੜੇ ਆਪਣੀ ਪਤੀ ਉਹ ਨਹੀਂ ਰੱਖਣੀ ਚਾਹੀਦੀ, ਜਿਹਦੀ ਵਜ੍ਹਾ ਤੋਂ ਪੂਰਾ ਫੰਡ ਨਹੀਂ ਲੱਗਦਾ ਤੇ ਸੜਕਾਂ ਮਿਆਰੀ ਨਹੀਂ ਬਣਦੀਆਂ। ਮਿਆਰੀ ਉਦੋਂ ਹੀ ਬਣਨਗੀਆਂ ਜਦੋਂ ਪੂਰਾ ਫੰਡ ਲੱਗੇਗਾ ਤੇ ਫਿਰ ਇਹ ਜਿਹੜਾ ਇਹਨਾਂ ਨੇ ਸਵਾਲ ਉਠਾਇਆ ਬਹੁਤ ਘੱਟ ਲੋਕ ਇਹ ਸਵਾਲ ਉਠਾਣਗੇ। ਸਰ ਸੜਕਾਂ ਦਾ ਜਿਹੜਾ ਹਾਲ ਹੈ ਮੇਰੇ ਇਲਾਕੇ 'ਚ ਈਵਨ ਕਿ ਯਾਨੀ ਪੂਰੇ ਸ਼ਹਿਰ ਦਾ ਇਹੀ ਹਾਲ ਹੈ ਤੇ ਮੈਂ ਬਕਾਇਦਾ ਜਿਹੜੇ ਆਲਾ ਅਫਸਰਾਨ ਨੇ ਉਹਨਾਂ ਨਾਲ ਮੀਟਿੰਗ ਵੀ ਕੀਤੀ ਹੈ ਤੇ ਮੈਂ ਉਹਨਾਂ ਨਾਲ ਮੀਟਿੰਗ ਵੀ ਕੀਤੀ ਹੈ, ਮੈਂ ਕੋਸ਼ਿਸ਼ ਕੀਤਾ ਹੈ ਤੇ ਉਹਨਾਂ ਨੇ ਕਿਹਾ ਹੈ ਜੀ ਕਿ ਫੰਡ ਆ ਚੁੱਕਿਆ ਹੈ ਤੇ ਹੁਣ ਜਿਹੜਾ ਪਹਿਲੇ ਤੇ ਸੀ ਸੀਵਰੇਜ ਲਾਈਨ ਪੈ ਰਹੀ ਸੀ ਪੂਰੇ ਸਾहिवाल 'ਚ ਤੇ ਆ ਇੱਕ ਵਰਲਡ ਵਾਈਡ ਇੱਕ ਮਨਸੂਬਾ ਸੀ ਉਹ ਮੁਕੰਮਲ ਹੋ ਚੁੱਕਿਆ ਹੈ। ਹੁਣ ਜਿਹੜੀ ਅਗਲਾ ਜਿਹੜਾ ਮਰਲਾ ਹੈ ਉਹ ਸੜਕਾਂ ਦੀ ਤਾਮੀਰ ਹੈ ਤੇ ਉਹ ਹੁਣ ਜਲਦ ਜਿਹੜਾ ਨਾ ਉਹ ਸੜਕਾਂ ਦੀ ਤਾਮੀਰ ਸ਼ੁਰੂ ਹੋ ਗਈ ਤੇ ਕਈ ਜਗ੍ਹਾ ਤੇ ਹੋ ਵੀ ਗਈ ਹੈ। ਜਿੱਥੇ ਪੈਚਿਸ ਲੱਗਣੇ ਸਨ ਪੈਚਿਸ ਲੱਗ ਵੀ ਗਏ ਨੇ, ਲੇਕਿਨ ਜਿਹੜੀ ਮੁਕੰਮਲ ਤਾਮੀਰ ਆ ਉਹ ਕੁਝ ਸਰਦੀਆਂ ਦੇ ਜਿਹੜੇ ਦਿਨ ਨੇ ਨਾ, ਕਿਉਂਕਿ ਉਹਦੇ 'ਚ ਤੁਹਾਨੂੰ ਪਤਾ ਹੈ ਕਿ ਕੰਮ ਲੁੱਕ ਦਾ ਕੰਮ ਜਿਹੜਾ ਨਾ ਉਹ ਨਹੀਂ ਹੋ ਸਕਦਾ। ਠੀਕ ਹੈ, ਹੁਣ ਸਰਦੀਆਂ ਦੇ ਦਿਨ ਕੱਢ ਕੇ ਥੋੜਾ ਜਿਹਾ ਫਰਵਰੀ। ਅੱਛਾ ਜੀ, ਮੈਂ ਅਗਰ ਸਰਕਾਰੀ ਸਤ੍ਹਾ ਤੇ ਗੱਲ ਕਰਾਂ ਤੇ ਮੈਂ ਇਸ ਪ੍ਰੋਗਰਾਮ ਦੇ ਤਵਸਤ ਨਾਲ ਸਰਕਾਰ ਕੋਲੋਂ ਇਹ ਮੰਗ ਕਰਨਾ ਕਿ ਜਿਹੜਾ ਸਾਡਾ ਲੋਕਲ ਗਵਰਨਮੈਂਟ ਦਾ ਨਿਜ਼ਾਮ ਹੈ ਉਹਨੂੰ ਫੌਰੀ ਤੌਰ ਤੇ ਬਹਾਲ ਕੀਤਾ ਜਾਵੇ ਤਾਂ ਕਿ ਇਲੈਕਸ਼ਨ ਹੋਣ। ਮਲਿਕ ਸਾਹਿਬ ਤੇ ਇਹਨਾਂ ਵਰਗੇ ਜਿਹੜੇ ਖਿਦਮਤ ਕਰਨਾ ਚਾਹੁੰਦੇ ਨੇ, ਮੁਆਸ਼ਰੇ ਦੀ ਇੱਥੋਂ ਦੇ ਬੁਨਿਆਦੀ ਮਸਾਇਲ ਹੱਲ ਕਰਨਾ ਚਾਹੁੰਦੇ ਨੇ, ਉਹ ਇਲੈਕਸ਼ਨ ਲੜ ਕੇ ਜਿੱਤਣ ਤੇ ਆ ਕੇ ਕੰਮ ਕਰਨ ਤੇ ਤੁਹਾਡੇ ਵਰਗੇ ਵੋਟਰਸ ਦਾ, ਸਾਡੇ ਵਰਗੇ ਵੋਟਰਸ ਦੇ ਮਸਾਇਲ ਹੱਲ ਕਰਨ। ਜਦੋਂ ਤੱਕ ਲੋਕਲ ਗਵਰਨਮੈਂਟ ਦਾ ਨਿਜ਼ਾਮ ਨਹੀਂ ਆਉਂਦਾ ਮਲਿਕ ਸਾਹਿਬ, ਤੁਹਾਡੇ ਵਰਗੇ ਦੋਸਤ ਤੇ ਬੇਬਸ ਨੇ, ਤੁਸੀਂ ਇਸ ਹਵਾਲੇ ਨਾਲ ਕੀ ਕਹੋਗੇ? ਸਰ ਲੋਕਲ ਗਵਰਨਮੈਂਟ ਦਾ ਨਿਜ਼ਾਮ ਆਵੇ ਨਿਚਲੇ ਲੈਵਲ ਤੱਕ, ਈਵਨ ਕਿ ਕੌਂਸਲਰ ਲੈਵਲ ਤੱਕ ਲੋਕ ਇੰਪਾਵਰ ਹੋਣ, ਉਹਨਾਂ ਕੋਲ ਫੰਡ ਆਵੇ, ਉਹ ਆਪਣੇ ਹਲਕੇ ਦੀ ਗਲੀ ਮੁਹੱਲੇ ਦਾ ਕੰਮ ਕਰ ਸਕਣ। ਜਦੋਂ ਗਲੀ ਮੁਹੱਲੇ ਦਾ ਹਰ ਕੌਂਸਲਰ ਕੋਲ ਫੰਡ ਹੋਏਗਾ, ਗਲੀ ਮੁਹੱਲੇ ਦਾ ਕੰਮ ਕਰਨਗੇ, ਫਿਰ ਹੀ ਤਰੱਕੀ ਹੋਏਗੀ। ਲੋਕਲ ਗਵਰਨਮੈਂਟ ਦਾ ਨਿਜ਼ਾਮ ਬੁਨਿਆਦੀ ਮਸਲਿਆਂ ਦੀ ਹੱਲ ਦੀ ਇੱਕ ਕੋਸ਼ਿਸ਼ ਹੈ। ਕੋਸ਼ਿਸ਼ ਕੀ ਹਮੇਸ਼ਾ ਇਹ ਕੋਸ਼ਿਸ਼ ਕਾਮਯਾਬ ਹੁੰਦੀ ਰਹੀ ਹੈ। ਅੱਛਾ ਜੀ, ਲੋਕਲ ਗਵਰਨਮੈਂਟ ਦੇ ਨਿਜ਼ਾਮ ਦੇ ਨਾਲ ਨਾਲ ਅਸੀਂ ਇਹ ਸਮਝਦੇ ਕਿ ਇਹ ਵੀ ਜ਼ਿੰਮੇਵਾਰੀ ਜਿਹੜੀ MNA MPs ਨੇ ਲਈ ਹੋਈ ਹੈ ਕਿ ਜਿਹੜੇ ਬੁਨਿਆਦੀ ਮਸਲੇ ਨੇ ਅਸੀਂ ਹੱਲ ਕਰਨੇ। ਇਸ ਲਈ ਲੋਕਲ ਗਵਰਨਮੈਂਟ ਦਾ ਨਿਜ਼ਾਮ ਜਿਹੜਾ ਸਾਡੇ ਮੁਲਕ ਦੇ ਵਿੱਚ ਐਡਾ ਸ਼ਾਨਦਾਰ ਨਹੀਂ ਹੈ ਜਿਹੜਾ ਕਿ ਤਰੱਕੀ ਯਾਫਤਾ ਮੁਲਕਾਂ ਦੇ ਵਿੱਚ ਹੈ। ਅੱਛਾ, ਮੈਂ ਵੋਟਰਸ ਨੂੰ ਇਹ ਗੱਲ ਪੁੱਛਾਂਗਾ ਕਿ ਤੁਹਾਡੀ ਕੀ ਰਾਏ ਕਿ ਇਹ ਜਿਹੜਾ ਲੋਕਲ ਗਵਰਨਮੈਂਟ ਦਾ ਨਿਜ਼ਾਮ ਹੈ ਇਹ ਫੌਰੀ ਆ ਜਾਣਾ ਚਾਹੀਦਾ ਜੀ? ਆ ਜਾਣਾ ਚਾਹੀਦਾ ਜੀ। ਮਲਿਕ ਸਾਹਿਬ ਦੇ ਅਸੀਂ ਸਪੋਰਟਰ ਹਾਂ, ਅਸੀਂ ਆਪਣੀ ਜਿੰਦ ਜਾਨ ਵਾਰ ਦਿਆਂਗੇ ਇਹਨਾਂ ਤੋਂ। ਇਹਨਾਂ ਦੇ ਕੋਲ ਆਉਣਾ ਚਾਹੀਦਾ ਨਿਜ਼ਾਮ। ਇਹ ਨਿਜ਼ਾਮ ਆਏਗਾ ਤੇ ਇਹ ਲੋਕ ਜਿੱਤਣਗੇ ਤੇ ਤੁਹਾਡੇ ਮਸਲੇ ਹੱਲ ਕਰਨਗੇ। ਅੱਛਾ, ਇੱਕ ਹੋਰ ਚੀਜ਼ ਤੋਂ ਅਸੀਂ ਅੱਖ ਖੋਲੇ ਕਰ ਰਹੇ ਹਾਂ, ਸਾਰੇ ਵੋਟਰਸ ਇਹ ਵੋਟ ਪਾਉਣ ਤੇ ਬੰਦਾ ਜਿੱਤਦਾ। ਮਰਦ ਵੀ ਪਾਉਂਦੇ ਨੇ ਵੋਟ, ਔਰਤਾਂ ਵੀ ਵੋਟ ਪਾਉਂਦੀਆਂ ਨੇ। ਇੱਕ ਤੀਸਰੀ ਜਿਨਸ ਜਿਹਨੂੰ ਖਾਜਾ ਸਰਾ ਕਿਹਾ ਜਾਂਦਾ, ਉਹਨਾਂ ਦੇ ਬਾਅਦ ਔਕਾਤ ਵੋਟ ਨਹੀਂ ਪੈਂਦੇ, ਜਦ ਕਿ ਉਹਨਾਂ ਨੂੰ ਵੀ ਉਹੀ ਬੁਨਿਆਦੀ ਜ਼ਰੂਰੀਅਤ ਚਾਹੀਦੀਆਂ ਨੇ। ਉਹਨਾਂ ਦੇ ਵੋਟ ਦੇ ਤੁਸੀਂ ਵੋਟਰ ਹਾਮੀ ਹੋ ਜਾਂ ਚਾਹੁੰਦੇ ਹੋ ਕਿ ਉਹ ਵੋਟ ਨਾ ਪਾਉਣ? ਤੁਸੀਂ ਗੱਲ ਛੇੜ ਲਈ। ਹੁਣ ਮਲਿਕ ਸਾਹਿਬ ਦੇ ਬੂਹੇ ਤੇ ਗਏ, ਹੁਣ ਤੀਸਰੀ ਜਿੰਦਾ ਉਹਨੂੰ ਕਿਤੇ ਉਹਨਾਂ ਦਾ ਹੱਕ ਨਹੀਂ ਹੈ। ਯਾਰ ਤੂੰ ਸਾਰਿਆਂ ਦੇ ਬੂਹੇ ਤੇ ਜਾਣਾ, ਮੰਗਣ ਵਾਲਾ ਤੂੰ ਹੈ। ਮੈਨੂੰ ਤੁਸੀਂ ਇਹ ਦੱਸੋ ਕਿ ਪਹਿਲੇ ਤੀਸਰੀ ਦਫਾ ਉਹਨਾਂ ਦੇ ਬੂਹੇ ਤੇ ਜਾ ਕੇ ਵੀ ਉਹਨਾਂ ਨੇ ਕਿਹਾ ਸਾਨੂੰ ਵੀ ਕਿਸੇ ਹੱਕ 'ਚ ਰੱਖੋ, ਅਸੀਂ ਵੀ ਵੋਟ ਪਾਉਣਾ ਚਾਹੁੰਦੇ। ਉਹ ਮਲਿਕ ਸਾਹਿਬ ਅੱਗੋਂ ਕਹਿੰਦੇ ਜੀ ਮੈਨੂੰ ਪਾ ਲਓ। ਮਲਿਕ ਸਾਹਿਬ ਜੀ ਆਪਣੇ ਹਰ ਜਲਸੇ ਤੇ
ਅਸੀਂ ਉਹ ਖਾਜਾ ਸਰਾਵਾਂ ਨੂੰ ਨਚਾਵਾਂਗੇ, ਠੀਕ ਹੈ ਕਿ ਨਹੀਂ? ਜਿੱਤੋਗੇ ਉਹਨਾਂ ਦਾ ਉਹ ਖੁਸ਼ੀ ਹੋਣਗੇ ਬਾਅਦ ਚ ਉਹਨਾਂ ਦਾ ਵੀ ਵੋਟ ਪਵਾਵਾਂਗੇ। ਨਹੀਂ ਜੀ, ਉਹਨਾਂ ਦਾ ਪ੍ਰੋਫੈਸ਼ਨ ਹੈਗਾ, ਉਹਨਾਂ ਦਾ ਪ੍ਰੋਫੈਸ਼ਨ ਹੈ ਜ਼ਿਆਦਾ। ਹੱਕ ਵੀ ਹੈਗਾ ਵੋਟ। ਲੇਕਿਨ ਹੁਣ ਇੱਕ ਚੇਂਜ ਆਈ ਹੈ ਕਿ ਖਾਜਾ ਸਰਾ ਪੜ੍ਹਨ ਲੱਗ ਪਏ ਨੇ। ਪਿਛਲੇ ਦਿਨਾਂ ਦੇ ਵਿੱਚ ਮੈਂ ਵੇਖ ਰਿਹਾ ਸੀ ਕਿ ਖਾਜਾ ਸਰਾ ਨੇ MBBS ਕੀਤਾ, ਉਹ ਡਾਕਟਰ ਬਣ ਗਏ। ਯਾਨੀ ਕਿ ਜ਼ਰੂਰੀ ਨਹੀਂ ਹੈ ਕਿ ਇਹ ਖਾਣ ਵਜਾਣ ਦੇ ਪੇਸ਼ੇ ਨਾਲ ਹੀ ਰਹਿਣ, ਇਹਨਾਂ ਨੂੰ ਚਾਹੀਦਾ ਕਿ ਕੋਈ ਸਕਿੱਲ ਹਾਸਲ ਕਰਨ, ਦੂਸਰੀ ਫੀਲਡ ਦੇ ਵਿੱਚ ਵੀ ਉਹ ਕੰਮ ਕਰ ਸਕਦੇ ਨੇ। ਔਰ ਤੁਹਾਡੀ ਗੱਲ ਨਾਲ ਮੈਂ ਵੀ ਇਤਫਾਕ ਕਰਨਾ, ਤੇ ਮਲਕ ਸਾਹਿਬ ਤੁਸੀਂ ਵੀ ਯਕੀਨੀ ਤੌਰ ਤੇ ਇਤਫਾਕ ਕਰੋਗੇ ਕਿ ਇਹਨਾਂ ਨੂੰ ਵੋਟ ਦਾ ਹੱਕ ਮਿਲਣਾ ਚਾਹੀਦਾ। ਸਰ ਬਿਲਕੁਲ ਇਹਨਾਂ ਨੂੰ ਵੋਟ ਦਾ ਹੱਕ ਮਿਲਣਾ ਚਾਹੀਦਾ ਹੈ। ਉਸ ਤੋਂ ਬਾਅਦ ਤੁਸੀਂ ਡਾਕਟਰ ਦੀ ਗੱਲ ਕੀਤੀ, ਤੇ ਮੈਂ ਇੱਕ ਖਾਜਾ ਸਰਾ ਨੇ ਮੈਸਕੌਮ ਕਰਕੇ ਤੇ ਇਸ ਵੇਲੇ ਬ੍ਰੌਡਕਾਸਟਰ ਨੇ। ਅੱਛਾ, ਬ੍ਰੌਡਕਾਸਟਰ ਦੇ ਤੌਰ ਤੇ ਕੰਮ ਕਰ ਰਹੇ ਨੇ, ਚੈਨਲ ਤੇ ਕੰਮ ਕਰ ਰਹੇ ਨੇ। ਬਣਾ ਦੀ ਵੋਟ ਦਾ ਹੱਕ ਮਿਲਣਾ ਮਲਕ ਸਾਹਿਬ ਚਾਹੀਦਾ। ਆਪਣੇ ਹਲਕੇ ਦੇ ਵਿੱਚ ਇਸ ਟਾਈਮ ਹੀਰੋ ਨੇ। ਹਾਂਜੀ, ਇਹ ਗੱਲ ਹੀਰੋ ਬਣੇ ਨੇ, ਅਸੀਂ ਬਣਾਏ ਨੇ। ਸਰ ਇਹ ਪੁੱਛੋ, ਅਸੀਂ ਆਪਣਾ ਪੇਟ ਕੱਟ ਕੇ ਬਣਾਏ ਨੇ। ਇਧਰੋਂ ਅਸੀਂ 500 ਲੈਣੇ ਸੀ, ਅੱਗੇ ਜਾ ਕੇ 1500 ਲਾਣੇ ਸੀ, ਤੇ ਸ਼ਾਮੀ ਸਾਨੂੰ ਪਤਾ ਕੀ ਕਹਿੰਦੇ ਸੀ, ਦੇਨੇ ਤੈਨੂੰ ਚੈੱਕ ਕੱਟ ਕੇ ਦੇਨੇ। ਉਹ ਕਿਦੋਂ ਹਾਲੇ ਤੱਕ ਚੈੱਕ ਨਹੀਂ ਆਇਆ। ਮਿਲ ਜਾਣਗੇ, ਭਰੋਸਾ ਹੁੰਦਾ ਤੇ ਬੰਦਾ ਪੈਸੇ ਖਰਚਦਾ ਹੈ, ਜ਼ਾਰੀ ਗੱਲ ਹੈ। ਐਡਾ ਲੰਬਾ ਤੁਸੀਂ ਉਹਨਾਂ ਨਾਲ ਟੁਰੇ ਆ ਰਹੇ ਹੋ, ਉਮੀਦ ਹੈ ਕਿ ਇਹ ਜਿੱਤਣਗੇ, ਤੁਹਾਡੇ ਵਰਗੇ ਵੋਟਰ ਸਪੋਰਟਰਸ ਇਹਨਾਂ ਦਾ ਸਾਥ ਦੇਣਗੇ। ਤੇ ਜਿੱਤਣ ਤੋਂ ਬਾਅਦ ਜਿਹੜੀ ਕਿ ਇਹਨਾਂ ਨੇ ਪ੍ਰੋਗਰਾਮ ਦੇ ਵਿੱਚ ਸ਼ੁਰੂ 'ਚ ਗੱਲ ਕੀਤੀ ਸੀ ਕਿ ਅਸੀਂ ਬੁਨਿਆਦੀ ਮਸਾਇਲ ਹੱਲ ਕਰਾਂਗੇ, ਔਰ ਇਹਨਾਂ ਦੀ ਮੈਂ ਸਮਝਣਾ ਕਿ ਇਸ ਕੰਮ ਨਾਲ ਸੰਜੀਦਾ ਹੋਣ ਦਾ ਇੱਥੋਂ ਵੀ ਮੈਂ ਅੰਦਾਜ਼ਾ ਲਾਇਆ ਕਿ ਇਹਨਾਂ ਨੇ ਆਪਣੇ ਨਾਲ ਇੱਕ ਸੈਕਟਰੀ ਰੱਖੀ ਹੈ ਜਿਹੜੀ ਉਹ ਮਸਾਇਲ ਲਿਖਦੀ ਹੈ। ਤੇ ਯਕੀਨੀ ਤੌਰ 'ਤੇ ਉਹਨਾਂ ਦੱਸਿਆ ਕਿ ਮੈਂ ਦਰਬਾਰੇ ਸਰਕਾਰੇ ਜਾ ਕੇ ਅਰਜ਼ੋਈ ਕਰਦਾ ਰਹਿਣਾ, ਅਰਜ਼ੀ ਪਾਉਂਦਾ ਰਹਿਣਾ ਕਿ ਇਹ ਮਾਮਲੇ ਜਿਹੜੇ ਨੇ, ਇਹ ਮਸਾਇਲ ਨੇ, ਜਿੱਡੀ ਜਲਦੀ ਹੋਵੇ ਇਹਨਾਂ ਨੂੰ ਹੱਲ ਕੀਤਾ ਜਾਵੇ। सर मैंने वो भी लिख लिया, रोड टूटा हुआ है। तो रोड टूटा हुआ मैंने पहले कहा था, मेरी बात हो गई है। मसला नहीं लिखा, टूटा हुआ लिखने होता, इन्होंने और कख नहीं लिखने होता। अच्छा, टूटा हुआ है। चलो वो इंशाल्लाह जुड़ जाएगा, जुड़ जाएगा, करेंगे ना आप। ਮਲਕ ਸਾਹਿਬ ਦੇ ਡੇਰੇ ਤੇ ਗਏ ਵੋਟਰ, ਉੱਥੇ ਜਾ ਕੇ 50 ਬੰਦੇ ਜਾ ਕੇ ਪਹੁੰਚੇ। ਉਹਨਾਂ ਨੇ ਕਿਹਾ ਜੀ ਮਲਕ ਸਾਹਿਬ ਤੁਹਾਡਾ ਹੁਣ ਆਪਾਂ ਕੀ ਨਿਸ਼ਾਨ ਰੱਖਿਆ ਵਾ, ਕੋਈ ਸਾਨੂੰ ਵੀ ਦੱਸੋ, ਅਸੀਂ ਕੋਈ ਛੱਤਾਂ ਤੇ ਲਾ ਲਈਏ। ਹਾਂਜੀ, ਨਿਸ਼ਾਨ ਦੀ ਗੱਲ, ਨਿਸ਼ਾਨ ਦੱਸੋ ਕੀ ਹੈ। ਪਹਿਲੇ ਤੁਸੀਂ ਮੇਰੇ ਵੋਟਰ ਸਪੋਰਟਰ ਹੋ, ਮੈਂ ਚਾਹੁੰਦਾ ਕਿ ਤੁਸੀਂ ਦੱਸੋ ਤੇ ਆਪਾਂ ਅੱਗੇ ਐਪਲੀਕੇਸ਼ਨ ਦੇਵਾਂਗੇ। ਨਿਸ਼ਾਨ ਤੁਹਾਡਾ, ਹੁਣ ਤੁਹਾਡੇ ਇੱਥੇ ਤੱਤਾ ਤਵਾ ਲਾ ਦਿੰਦੇ, ਉਹ ਨਿਸ਼ਾਨ ਪਾ ਦਿੰਦੇ, ਉਹ ਨਿਸ਼ਾਨ ਹੋਣਾ ਚਾਹੀਦਾ ਜੀ। ਇਹਨਾਂ ਦਾ ਇੱਕ ਤੁਸੀਂ ਦੱਸੋ। ਮੈਂ ਨਹੀਂ ਚਾਹੁੰਦਾ ਕਿ ਮੈਂ ਇਹਦੇ ਵਰਗਾ 70 ਸੀਟਰ ਬੱਸ ਹੋਣੀ ਚਾਹੀਦੀ, ਜਿਹੜੀ ਬੱਸ ਵੱਡੀ ਤੇਜ਼ ਤਰੀਕ ਚੱਲਦੇ ਨੇ। ਉਹ ਨਹੀਂ ਇਹੋ ਜਿਹਾ ਨਿਸ਼ਾਨ ਯਾਰ ਐਸੇ ਨਾ ਕਰੋ ਯਾਰ। ਇੰਤਖਾਬੀ ਮੇਰੀ ਨਿਸ਼ਾਨ ਸੈਕਟਰੀ ਰੱਖੋ, ਖੀਰਾ ਹੋਰ ਵੀ ਲਾ ਲਾਂਗੇ, ਸਲਾਦ ਵੀ ਬਣਾ ਲਾਂਗੇ। चांद रखना। ਇਹਨਾਂ ਨੇ ਬੜਾ ਅੱਛਾ ਜਿਹੜਾ ਚੰਨ ਰੱਖਣਾ, ਸੈਕਟਰੀ ਨੇ ਇਹ ਕੁੜੀ ਕੋਈ ਨਵਾਂ ਚੰਨ ਚੜਾਏਗੀ, ਚੰਨ ਰੱਖ ਕੇ। ਮਲਕ ਸਾਹਿਬ ਨੂੰ ਪੈ ਜਾਣੀ ਹੈ, ਚੱਲ ਚੜ ਗਿਆ। ਨਹੀਂ ਐਸੀ ਗੱਲ ਨਹੀਂ, ਚੰਨ ਬਹੁਤ ਸੋਹਣਾ ਨਿਸ਼ਾਨ ਹੈ। ਚੰਨ ਵਰਗੇ ਸਿਆਸਤਦਾਨ ਨੇ, ਅਗਰ ਇਹਨਾਂ ਨੂੰ ਚੰਨ ਨਿਸ਼ਾਨ ਮਿਲ ਜਾਵੇ ਤੇ ਯਕੀਨੀ ਤੌਰ ਤੇ ਇਹ ਕਾਮਯਾਬ ਵੀ ਹੋਣਗੇ ਤੇ ਖਿਦਮਤ ਵੀ ਕਰਨਗੇ। ਚੰਨ ਦੇ ਸਾਹਮਣੇ ਆ ਗਿਆ। ਹਾਂਜੀ ਸਾਰੇ ਚੰਨ ਜੀ ਇੱਥੇ ਯਾਰ ਤੁਸੀਂ ਸਹੀ ਕਿਹਾ, ਖੀਰਾ ਜਾਂ ਮੂਲੀ ਦੇ ਦੀ ਚੰਨ ਨਿਸ਼ਾਨ ਹੋਣਾ। ਦੋਨੋਂ ਚ ਮਲਕ ਸਾਹਿਬ ਨੂੰ ਪੁੱਛ ਲੈਂਦੇ, ਪਿਆਜ਼ ਬਰਦਾਸ਼ਤ ਕਰ ਲੋਗੇ ਕਿ ਮੂਲੀ? ਖੀਰਾ ਕਿ ਕੀ ਪਾਇਆ? ਨਹੀਂ ਇਹ ਜੀ ਗੱਲ ਨਹੀਂ। ਅਸੀਂ ਮਲਕ ਸਾਹਿਬ ਸਾਡੇ ਦੁਆ ਦਿਓ ਕਿ ਇਹਨਾਂ ਦਾ ਖਾਹਿਸ਼ ਹੈ ਕਿ ਇਹਨਾਂ ਨੂੰ ਚੰਨ ਨਿਸ਼ਾਨ ਮਿਲੇ, ਇਹ ਚੰਨ ਵਾਂਗੂ ਚਮਕਣ। ਤੇ ਜਿਹੜਾ ਇਹਨਾਂ ਦੀ ਦਿਲੀ ਖਾਹਿਸ਼ ਹੈ, ਇਹਨਾਂ ਨੇ ਪ੍ਰੋਗਰਾਮ ਦੇ ਸ਼ੁਰੂ 'ਚ ਕੀਤਾ, ਤੁਹਾਨੂੰ ਬੁਨਿਆਦੀ ਸਹੂਲੀਅਤ ਤੁਹਾਡੇ ਬੂਹੇ ਤੱਕ ਆਪਣੇ, ਤੁਹਾਨੂੰ ਐਡੀ ਹਾਲ ਦੁਆਈ ਨਾ ਕਰਨੀ ਪਵੇ। ਇਹਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਦਾ ਵੇਲਾ ਮੁੱਕ ਰਿਹਾ ਜੀ। ਮੈਂ ਤੁਹਾਨੂੰ ਕਹਾਂਗਾ ਕਿ ਪ੍ਰੋਗਰਾਮ ਦੇ ਅਖੀਰ 'ਚ ਕੋਈ ਤੁਹਾਡੇ ਜ਼ਿਹਨ 'ਚ ਗੱਲ ਹੈ ਤਾਂ ਕਰ ਲਓ। ਓਏ ਨਾਰਾ ਮਲਕ ਦੇ ਨਾਰੇ, ਵੱਜਣਗੇ। ਮਲਕ ਸਾਡਾ ਜ਼ਿੰਦਾਬਾਦ, ਮਲਕ ਸਾਡਾ ਜ਼ਿੰਦਾਬਾਦ ਜੀ, ਜ਼ਿੰਦਾਬਾਦ। ਮੈਂ ਤੁਹਾਨੂੰ ਸਾਰਿਆਂ ਨੂੰ ਜ਼ਿੰਦਾਬਾਦ ਕਹਿਣਾ। ਤੁਸੀਂ ਵੇਲਾ ਆਪਣਾ ਕੀਮਤੀ ਕੱਢ ਕੇ ਪ੍ਰੋਗਰਾਮ ਦੇ ਵਿੱਚ ਤਸ਼ਰੀਫ ਲਿਆਏ, ਖਾਸ ਤੌਰ ਤੇ ਮਲਕ ਇਤਸ਼ਾਮ ਅਲੀ ਫੁੱਲਰਵਾਨ ਸਾਹਿਬ, ਤੁਹਾਡਾ ਸ਼ੁਕਰੀਆ। ਤੁਸੀਂ ਬੜੇ ਜੀ ਸਿਆਸੀ ਕਾਰਕੁਨ ਹੋ, ਤੁਹਾਡਾ ਸ਼ੁਕਰੀਆ। ਤੁਸੀਂ ਵੀ ਜੀ ਵਰਕਰ ਹੋ, ਤੁਸੀਂ ਬੜੀ ਪੋਜ਼ਿਟਿਵ ਤਨਕੀਦ ਕੀਤੀ ਔਰ ਯਕੀਨੀ ਤੌਰ ਤੇ ਅਖੀਰ ਤੇ ਤੁਹਾਡੀ ਇਹ ਤਸੱਲੀ ਹੋ ਗਈ ਕਿ ਮਲਕ ਸਾਹਿਬ ਆਪਣੇ ਵਾਅਦੇ ਪੂਰੇ ਕਰਨਗੇ। ਤੁਹਾਡੀ ਸੈਕਟਰੀ ਦਾ ਵੀ ਸ਼ੁਕਰੀਆ ਜੀ। ਇਹਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ। ਇਕਬਾਲ ਹੈਦਰ ਨੂੰ ਦਿਓ ਇਜਾਜ਼ਤ। ਲੈ ਫਿਰ ਯਾਰ ਹਵਾਲੇ ਰੱਬ ਦੇ, ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫਿਰ ਮਿਲਾਂਗੇ ਅੱਲਾ ਸੋਨੇ ਦੇ ਸਪੁਰਦ।